ਬੇਬੇ ਬੜੇ ਹੌਸਲੇ ਵਾਲੀ ਸੀ। ਮੈਂ ਬੇਬੇ ਨੂੰ ਕਦੇ ਬਹੁਤਾ ਭਾਵੁਕ ਹੁੰਦੇ ਨਹੀਂ ਸੀ ਵੇਖਿਆ, ਨਾ ਹੀ ਆਮ ਔਰਤਾਂ ਵਾਂਗ ਛੇਤੀ ਕਿਤੇ ਉਹਦੀ ਅੱਖ 'ਚ ਕਦੇ ਨਮੀ ਆਉਂਦੀ ਸੀ। ਔਖੇ ਤੋਂ ਔਖੇ ਵੇਲੇ ਵੀ ਉਹ ਬੜੇ ਜਾਬਤੇ 'ਚ ਤੇ ਬੜੀ ਅਡੋਲ ਰਹਿੰਦੀ ਸੀ। ਉਹਨੂੰ ਮੈਂ ਕਿਸੇ ਦੁੱਖ 'ਚ ਬਹੁਤਾ ਦੁਖੀ ਤੇ ਖੁਸ਼ੀ 'ਚ ਬਹੁਤਾ ਖੁਸ਼ ਹੁੰਦੇ ਨਹੀਂ ਸੀ ਵੇਖਿਆ। ਔਖੇ ਵੇਲਿਆਂ 'ਚ ਉਹ ਆਪ ਤਾਂ ਸਹਿਜ ਬਣਾ ਕੇ ਰੱਖਦੀ ਹੀ ਸੀ, ਬਲਕਿ ਦੂਜਿਆਂ ਨੂੰ ਵੀ ਹੌਸਲੇ 'ਚ ਰਹਿਣ ਲਈ ਮਦਦਗਾਰ ਸਾਬਤ ਹੋਇਆ ਕਰਦੀ ਸੀ। ਮੇਰੇ ਜਗਿਆਸੂ ਮਨ ਨੂੰ ਕਦੇ ਬੇਬੇ ਦਾ ਹੱਦ ਦਰਜੇ ਦਾ ਨਰਮ ਤੇ ਕਦੇ ਸਖਤ ਰਵੱਈਆ ਬੜਾ ਪਰੇਸ਼ਾਨ ਕਰਦਾ ਸੀ। ਮੈਨੂੰ ਬੇਬੇ ਦੇ ਇਸ ਅਜੀਬ ਸੁਭਾਅ ਤੋਂ ਬੜੀ ਹੀ ਹੈਰਾਨੀ ਹੁੰਦੀ ਕਿ ਆਖਿਰ ਕੋਈ ਕਿਵੇਂ ਬਿਨਾਂ ਕਿਸੇ ਖੁਸ਼ੀ ਗਮੀ ਦਾ ਅਸਰ ਲਏ ਰਹਿ ਸਕਦਾ ਹੈ। ਇੰਨੀ ਤਾਂ ਮੈਨੂੰ ਸਮਝ ਆ ਚੁੱਕੀ ਸੀ ਕਿ ਮੇਰੀ ਜਗਿਆਸਾ ਬੇਬੇ ਹੀ ਸ਼ਾਂਤ ਕਰ ਸਕਦੀ ਸੀ, ਪਰ ਬੇਬੇ ਸੀ ਕਿ ਸਾਡੇ ਨਾਲ ਹੋਰ ਗੱਲਾਂ ਤਾਂ ਬਥੇਰੀਆਂ ਕਰ ਲੈਂਦੇ ਸੀ, ਪਰ ਆਪਣੇ ਬਚਪਨ ਬਾਰੇ ਗੱਲਾਂ ਕਰਨੀਆਂ ਉਹਨੂੰ ਬਹੁਤਾ ਪਸੰਦ ਨਹੀਂ ਸੀ। ਮੈਨੂੰ ਹਮੇਸ਼ਾ ਬੇਬੇ ਦੀ ਵਿਆਹ ਤੋਂ ਪਹਿਲਾਂ ਜ਼ਿੰਦਗੀ ਬਾਰੇ ਜਾਣਨ ਵਿੱਚ ਤਾਂਘ ਰਹਿੰਦੀ, ਪਰ ਬੇਬੇ ਬਹੁਤੀ ਗੱਲ ਨਹੀਂ ਸੀ ਕਰਦੀ। ਬਹੁਤ ਬਾਅਦ ਵਿੱਚ ਮੇਰੇ ਜ਼ੋਰ ਦੇਣ ਤੇ ਬੇਬੇ ਦੁਆਰਾ ਕੁਝ ਗੱਲਾਂ ਸਾਂਝੀਆਂ ਕਰਨ ਤੇ ਕੁਝ ਬੇਬੇ ਦੇ ਜਾਣ ਤੋਂ ਬਾਅਦ ਬੀਬੀ ਤੋਂ ਜਾਣਿਆ ਕਿ ਬੇਬੇ ਦਾ ਬਚਪਨ ਕਿੱਡਾ ਕਠੋਰ ਸੀ, ਤਾਂ ਹੀ ਉਹ ਬਾਰ-ਬਾਰ ਉਹਨਾਂ ਵੇਲਿਆਂ ਨੂੰ ਯਾਦ ਨਹੀਂ ਸੀ ਕਰਨਾ ਚਾਹੁੰਦੀ। ਵੈਸੇ ਤਾਂ ਜੇ ਵੇਖਿਆ ਜਾਵੇ ਉਹਦੀ ਸਾਰੀ ਜ਼ਿੰਦਗੀ ਕਠੋਰ ਹੀ ਰਹੀ ਸੀ। ਬੇਬੇ ਦੇ ਦੱਸਣ ਮੁਤਾਬਕ ਉਹ ਕੇਵਲ 3 ਸਾਲਾਂ ਦੀ ਹੋਵੇਗੀ ਜਦੋਂ ਉਸਦੀ ਮਾਂ ਉਸਨੂੰ ਰੋਂਦੀ ਬਿਲਕਦੀ ਨੂੰ ਛੱਡ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ। ਉਦੋਂ ਰਿਵਾਜ ਹੋਰ ਤਰ੍ਹਾਂ ਦੇ ਸੀ। ਪੜ੍ਹਾਈ ਲਿਖਾਈ ਦੀ ਤਾਂ ਕੋਈ ਬਹੁਤੀ ਮਹੱਤਤਾ ਨਹੀਂ ਸੀ ਤੇ ਨਾ ਹੀ ਕੋਈ ਪੜ੍ਹਾਈ ਲਿਖਾਈ ਦੇ ਸਾਧਨ ਹੀ ਸੀ। ਜੇ ਕੋਈ ਪੜ੍ਹਨਾ ਚਾਹੁੰਦਾ ਵੀ ਸੀ ਤਾਂ ਸੰਤਾਂ ਮਹਾਂਪੁਰਸ਼ਾਂ ਦੇ ਡੇਰਿਆਂ ਵਿੱਚ ਜਾ ਕੇ ਥੋੜਾ ਬਹੁਤਾ ਗਿਆਨ ਪ੍ਰਾਪਤ ਕਰਦਾ ਸੀ। ਇਹ ਸਹੂਲਤਾਂ ਵੀ ਬਹੁਤੇ ਪਿੰਡਾਂ ਵਿੱਚ ਨਹੀਂ ਸੀ ਹੁੰਦੀਆਂ। ਕੁੜੀਆਂ ਨੂੰ ਪੜ੍ਹਾਉਣਾ ਤਾਂ ਸੋਚਣ ਤੋਂ ਵੀ ਪਰੇ ਦੀ ਗੱਲ ਸੀ। ਕੁੜੀਆਂ ਜਿਵੇਂ ਹੀ ਥੋੜਾ ਜਿਹਾ ਵੱਡੀਆਂ ਹੁੰਦੀਆਂ ਤਾਂ ਘਰ ਦੇ ਕੰਮ ਸਿੱਖਣ ਲਈ ਪ੍ਰੇਰਿਆ ਜਾਂਦਾ। ਇਹ ਗੱਲ ਤਾਂ ਆਮ ਹੀ ਕਹੀ ਜਾਂਦੀ ਹੈ ਕਿ ਪਰਾਏ ਘਰ ਜਾਣਾ ਹੈ, ਕੁਝ ਕੰਮ ਧੰਦਾ ਸਿੱਖ ਲਵੋ ਹੀ ਤਾਂ ਫਿਰ ਪੇਕਿਆਂ ਨੂੰ ਲਾਂਬੇ ਦਵਾਵਾਂਗੀਆਂ। ਸਹੁਰੇ ਆਖਿਆ ਕਰਨਗੇ ਕਿ ਮਾਮਾ ਨੇ ਕੁਝ ਸਿਖਾ ਕੇ ਨਹੀਂ ਭੇਜਿਆ। ਉਹਨਾਂ ਵੇਲਿਆਂ 'ਚ ਵਿਆਹ ਵੀ ਛੋਟੀ ਉਮਰੇ ਹੀ ਕਰ ਦਿੱਤੇ ਜਾਂਦੇ ਸੀ। ਸੋ ਅਜਿਹੇ ਹਾਲਾਤਾਂ ਵਿੱਚ ਮਾਂ ਵਿਚੋਰ ਬੇਬੇ ਵੱਡੀਆਂ ਭੈਣਾਂ ਤੇ ਭਰਜਾਈਆਂ ਦੇ ਵੱਸ ਪੈ ਗਈ। ਬੇਬੇ ਬਹੁਤ ਛੋਟੀ ਸੀ, ਅਜੇ ਮਸਾਂ ਖੇਡਣ ਦੀ ਉਮਰ ਹੀ ਸੀ। ਕੁਝ ਮਾਂ ਦਾ ਵਿਛੋੜਾ, ਉਹਦਾ ਕੰਮ ਕਰਨ ਨੂੰ ਕਿੱਥੇ ਜੀ ਕਰਨਾ ਸੀ, ਤਾਂ ਘਰ ਦੀਆਂ ਔਰਤਾਂ ਅਕਸਰ ਉਸਨੂੰ ਇਸ ਗੱਲੋਂ ਕੁੱਟ ਧਰਦੀਆਂ। ਜਦੋਂ ਬਾਪੂ ਨੇ ਖੇਤੋਂ ਘਰੇ ਆਉਣਾ ਤਾਂ ਬੇਬੇ ਨੇ ਬਾਪੂ ਦੇ ਗਲ ਲੱਗ ਕੇ ਰੋ ਰੋ ਕੇ ਬਿੱਥਿਆ ਸਾਂਝੀ ਕਰਨੀ। ਬਾਪੂ ਨੇ ਨਾਲੇ ਬੇਬੇ ਨੂੰ ਬਰਾਉਣਾ ਤੇ ਨਾਲੇ ਬਾਕੀਆਂ ਨੂੰ ਵੀ ਸਮਝਾਉਣਾ ਕਿ ਨਾ ਭਾਈ ਮਾਰਿਆ ਨਾ ਕਰੋ, ਨਿਆਣੀ ਆ ਜੇ, ਆਪੇ ਵੱਡੀ ਹੋ ਕੇ ਸਿੱਖ ਜੂ ਬਥੇਰਾ ਕੰਮ। ਪਰ ਉਹਨਾਂ ਨੇ ਆਈ ਗਈ ਕਰ ਛੱਡਣੀ ਤੇ ਬਾਪੂ ਦੀ ਗੱਲ ਤੇ ਬਹੁਤਾ ਗੌਰ ਨਾ ਕਰਨਾ। ਉਹਨਾਂ ਹਾਲਾਤਾਂ ਵਿੱਚ ਕੋਈ ਬਹੁਤਾ ਫਰਕ ਨਾ ਪਿਆ। ਬੇਬੇ ਦੇ ਹਰ ਰੋਜ਼ ਹੀ ਕੁੱਟ ਪੈ ਜਾਂਦੀ ਤੇ ਬੇਬੇ ਦਾ ਬਾਪੂ ਦੇ ਗਲ ਲੱਗ ਰੋਣਾ ਰੋਜ਼ ਦਾ ਕੰਮ ਬਣ ਗਿਆ। ਤੇ ਆਖੀਰ ਅੱਕੇ ਹੋਏ ਬਾਪੂ ਨੇ ਇੱਕ ਦਿਨ ਬੇਬੇ ਨੂੰ ਕਿਹਾ ਕਿ ਤੂੰ ਕੱਲ ਤੋਂ ਮੇਰੇ ਨਾਲ ਖੇਤ ਚੱਲਿਆ ਕਰੀਂ। ਘਰ ਦੀਆਂ ਔਰਤਾਂ ਨੇ ਬਥੇਰਾ ਵਿਰੋਧ ਕੀਤਾ ਕਿ ਇਉਂ ਇਹਦਾ ਵਿਆਹ ਕਿਵੇਂ ਕਰਾਂਗੇ, ਹੁਣ ਇਹਦਾ ਸਾਕ ਲਊ, ਘਰੇ ਰਹੂਗੀ ਤਾਂ ਹੀ ਕੁਝ ਸਿੱਖੂਗੀ। ਪਰ ਪਿਓ ਧੀ ਨੇ ਕਿਸੇ ਦੀ ਇੱਕ ਨਾ ਸੁਣੀ ਤੇ ਰੌਲਾ ਪੈਂਦਾ ਵਿੱਚੇ ਛੱਡ ਕੇ ਦੋਵੇਂ ਜਣੇ ਖੇਤ ਨੂੰ ਤੁਰ ਗਏ। ਬੇਬੇ ਦੱਸਦੀ ਹੁੰਦੀ ਸੀ ਕਿ ਚਾਚੀਆਂ ਤਾਈਆਂ ਤੇ ਭੈਣਾਂ ਭਰਜਾਈਆਂ ਆਪੇ ਹੌਲੀ ਹੌਲੀ ਬੋਲ ਬੋਲ ਕੇ ਹਟ ਗਈਆਂ ਤੇ ਫਿਰ ਜਿੰਨਾ ਚਿਰ ਬਾਪੂ ਜਿਉਂਦਾ ਰਿਹਾ ਉਹ ਹਰ ਰੋਜ਼ ਬਾਪੂ ਨਾਲ ਫਿਰ ਖੇਤ ਹੀ ਜਾਂਦੀ ਰਹੀ
ਤੇ ਬਾਪੂ ਨਾਲ ਕੰਮ ਕਰਦੇ ਕਰਦੇ ਖੇਤੀ ਦੀਆਂ ਬਰੀਕੀਆਂ ਤੋਂ ਵੀ ਜਾਣੂ ਹੋ ਗਈ ਤੇ ਜ਼ੋਰ 'ਚ ਵੀ ਤਕੜੀ ਹੋ ਗਈ। ਖੇਤੀ ਪੱਤੀ ਕੰਮਕਾਰ ਕਰਦਿਆਂ ਦੇ ਪਿਓ ਧੀ ਦੇ ਵਧੀਆ ਦਿਨ ਲੰਘਣ ਲੱਗੇ। ਜਿਵੇਂ ਕਹਿੰਦੇ ਨੇ ਕਿ ਸਮਾਂ ਹਮੇਸ਼ਾ ਇੱਕਸਾਰ ਨਹੀਂ ਰਹਿੰਦਾ। ਬਾਪੂ ਅਚਾਨਕ ਬਿਮਾਰ ਹੋ ਗਿਆ ਤੇ ਮੁੜ ਬਿਸਤਰੇ ਤੋਂ ਨਹੀਂ ਉੱਠਿਆ। ਇੱਕ ਵਾਰ ਫੇਰ ਰੋਂਦੀ ਧੋਂਦੀ ਬੇਬੇ ਨੂੰ ਛੱਡ ਕੇ ਬਾਪੂ ਵੀ ਤੁਰ ਗਿਆ। ਖੈਰ ਹੁਣ ਬੇਬੇ ਵੀ ਬੱਚੀ ਨਹੀਂ ਸੀ ਰਹੀ। ਭਾਵੇਂ ਹੁਣ ਉਸਦਾ ਖੇਤ ਜਾਣਾ ਛੁੱਟ ਗਿਆ ਸੀ, ਪਰ ਹਾਲਾਤ ਪਹਿਲਾਂ ਵਾਲੇ ਨਹੀਂ ਸੀ ਰਹੇ। ਉਦਾਸੀ ਨੇ ਕੁਝ ਚਿਰ ਤਾਂ ਘੇਰਾ ਪਾਈ ਰੱਖਿਆ, ਪਰ ਛੇਤੀ ਹੀ ਬੇਬੇ ਨੇ ਦਿਲ ਤਕੜਾ ਜਿਹਾ ਕੀਤਾ ਤੇ ਉੱਠ ਕੇ ਘਰ ਦੇ ਕੰਮਾਂ ਵਿੱਚ ਲੱਗ ਕੇ ਬਾਪੂ ਦੇ ਵਿਛੋੜੇ ਵਾਲੀ ਸੱਟ ਤੇ ਮੱਲਮ ਲਾਉਣ ਦੇ ਯਤਨਾਂ ਵਿੱਚ ਰੁੱਝ ਗਈ। ਕਿਸਮਤ ਨੇ ਬੇਬੇ ਦੇ ਹਜੇ ਹੋਰ ਬੜੇ ਇਮਤਿਹਾਨ ਲੈਣੇ ਸੀ। ਬੇਬੇ ਤੋਂ ਵੱਡੇ ਉਹਦੇ 3 ਭਰਾ ਤੇ 1 ਭੈਣ ਹੋਰ ਸੀ। ਇੱਕ ਭਰਾ ਫੌਜ ਵਿੱਚ ਸੀ, 2 ਵਿਆਹੇ ਹੋਏ ਤੇ ਇੱਕ ਵੱਡੀ ਭੈਣ ਅਜੇ ਕੁਆਰੀ ਸੀ। 4 ਕੁ ਦਿਨ ਹੀ ਸੌਖੇ ਲੰਘਦੇ। ਪੁਰਾਣੇ ਫੱਟਾਂ ਨੂੰ ਅਜੇ ਪੂਰਾ ਆਰਾਮ ਵੀ ਨਾ ਆਇਆ ਹੁੰਦਾ ਕਿ ਨਵੀਂ ਮੁਸੀਬਤ ਆ ਪੈਂਦੀ। ਔਖੇ ਸੌਖੇ ਦਿਨ ਲੰਘਦੇ ਰਹੇ ਕਿ ਦੂਜੀ ਸੰਸਾਰ ਜੰਗ ਲੱਗਣ ਦੀਆਂ ਭੈੜੀਆਂ ਖਬਰਾਂ ਨੇ ਪਰਿਵਾਰ ਦਾ ਚੈਨ ਖੋਹ ਲਿਆ। ਕਹਿੰਦੇ ਨੇ ਡਰਦਿਆਂ ਦੇ ਡਰ ਅੱਗੇ ਆ ਹੀ ਜਾਂਦਾ ਏ। ਅਣਹੋਣੀ ਨੇ ਇੱਕ ਵਾਰ ਫੇਰ ਬੇਬੇ ਹੁਣਾਂ ਦੇ ਘਰ ਦਾ ਆ ਬੂਹਾ ਖੜਕਾਇਆ। ਤਬੂਤ ਵਿੱਚ ਬੰਦ ਫੌਜ ਦੀ ਟੁਕੜੀ ਸਮੇਤ ਫੌਜੀ ਦੀ ਮ੍ਰਿਤਕ ਦੇਹ ਨੂੰ ਵੇਖ ਕੇ ਸਾਰੇ ਟੱਬਰ ਦੇ ਹੱਥੋਂ ਭਾਂਡੇ ਛੁੱਟ ਗਏ। ਬੇਬੇ ਨੇ ਰੋ ਰੋ ਕੇ ਬੁਰਾ ਹਾਲ ਕਰ ਲਿਆ, ਪਰ ਹੁਣ ਬਰਾਉਣਾ ਵੀ ਕਿਹਨੇ ਸੀ। ਥੱਕ ਹਾਰ ਕੇ ਆਪੇ ਹੀ ਆਪਣੇ ਅਥਰੂ ਪੂੰਝੇ, ਦਿਲ ਤੇ ਪੱਥਰ ਰੱਖ ਕੇ ਭਰਾ ਨੂੰ ਆਖਰੀ ਸਫ਼ਰ ਲਈ ਘਰੋਂ ਵਿਦਾ ਕੀਤਾ ਤੇ ਨਾਲੇ ਬਾਕੀ ਟੱਬਰ ਨੂੰ ਸਾਂਭਿਆ। ਅੱਜ ਹੋਰ ਕੱਲ ਹੋਰ, ਹੌਲੀ ਹੌਲੀ ਫਿਰ ਜ਼ਿੰਦਗੀ ਆਪਣੀ ਚਾਲ ਤੁਰ ਪਈ। ਇਸ ਸਮੇਂ ਦੌਰਾਨ ਬੇਬੇ ਦੀ ਭੈਣ ਵੀ ਵਿਆਹੀ ਜਾ ਚੁੱਕੀ ਸੀ। ਲੱਗਦਾ ਸੀ ਥੋੜਾ ਸੌਖਾ ਸਾਹ ਆਉਣ ਲੱਗਾ ਏ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਹੋਣੀ ਨੇ ਫਿਰ ਆ ਦਸਕਤ ਦਿੱਤੀ ਤੇ ਕੱਤੇ ਦੀ ਬਿਮਾਰੀ ਨੇ ਆ ਘੇਰਾ ਪਾ ਲਿਆ। ਉਹ ਵੀ ਕਰੋਨਾ ਵਾਂਗ ਇੱਕ ਤਰ੍ਹਾਂ ਦੀ ਵਾਇਰਲ ਮਹਾਮਾਰੀ ਸੀ, ਜਿਸ ਨੇ ਘਰਾਂ ਦੇ ਘਰ ਵਿਹਲੇ ਕਰ ਦਿੱਤੇ। ਇਲਾਜ ਦੀਆਂ ਸਹੂਲਤਾਂ ਨਾ ਮਾਤਰ ਹੀ ਸੀ। ਉਹਨਾਂ ਵੇਲਿਆਂ 'ਚ ਕੋਈ ਵੀ ਘਰ ਇਸ ਬਿਮਾਰੀ ਦੇ ਹਮਲੇ ਤੋਂ ਬਚ ਨਹੀਂ ਸੀ ਸਕਿਆ। ਪਹਿਲਾਂ ਤੋਂ ਹੀ ਦੁੱਖਾਂ ਭੰਨੇ ਬੇਬੇ ਕੇ ਪਰਿਵਾਰ ਦੇ ਵੀ 2 ਜੀ, ਇੱਕ ਵੱਡਾ ਭਰਾ ਤੇ ਛੋਟੀ ਭਰਜਾਈ ਕੱਤੇ ਦੀ ਬਿਮਾਰੀ ਨੇ ਨਿਗਲ ਲਏ। ਇੱਕ ਵਾਰ ਫੇਰ ਦੁੱਖਾਂ ਦਾ ਪਹਾੜ ਟੁੱਟ ਪਿਆ। ਉੱਪਰੋਂ ਥੱਲੀ ਹੋ ਰਹੀਆਂ ਮੌਤਾਂ ਨੇ ਰਹਿੰਦੇ ਜੀਆਂ ਦੇ ਅਥਰੂ ਵੀ ਮੁਕਾ ਦਿੱਤੇ ਸੀ। ਆਖਿਰ ਥੋੜੇ ਸਮੇਂ ਬਾਅਦ ਬਿਮਾਰੀ ਨੂੰ ਥੋੜੀ ਠੱਲ ਪਈ ਤੇ ਸਰੀਕੇ ਕਬੀਲੇ ਵਾਲਿਆਂ ਨੇ ਪਿੰਡ ਦੇ ਸਿਆਣਿਆਂ ਨਾਲ ਸਲਾਹ ਕਰਕੇ ਬੇਬੇ ਦੀ ਵੱਡੀ ਭਰਜਾਈ ਤੇ ਉਸ ਦੇ ਛੋਟੇ ਦਿਓਰ, ਯਾਨੀ ਕਿ ਬੇਬੇ ਦੇ ਛੋਟੇ ਭਰਾ ਦੀ ਚਾਦਰ ਪਾਉਣ ਦੀ ਰਸਮ ਸਿਰੇ ਚੜਾ ਕੇ ਉਹਨਾਂ ਦੇ ਘਰ ਰੋਟੀ ਪੱਕਦੀ ਕਰ ਦਿੱਤੀ। ਇਸ ਤੋਂ ਕੁਝ ਸਮਾਂ ਪਹਿਲਾਂ ਬੇਬੇ ਦਾ ਵੀ ਰਿਸ਼ਤਾ ਪੱਕਾ ਹੋ ਗਿਆ ਤੇ ਬੇਬੇ ਕਰਤਾਰ ਕੌਰ ਦਾ ਵਿਆਹ ਮੇਰੇ ਦਾਦਾ ਜੀ ਸਰਦਾਰ ਗੰਡਾ ਸਿੰਘ ਨਾਲ ਹੋ ਗਿਆ। ਬੇਬੇ ਵਿਆਹ ਕੇ ਸਹੁਰੇ ਘਰ ਆ ਗਈ। ਇੱਕ ਤਰ੍ਹਾਂ ਨਾਲ ਬੇਬੇ ਦੀ ਜ਼ਿੰਦਗੀ ਦਾ ਦੂਜਾ ਹਿੱਸਾ ਸ਼ੁਰੂ ਹੋ ਗਿਆ। ਭਾਰਤ ਪਾਕਿਸਤਾਨ ਦੀ ਵੰਡ ਅਜੇ ਨਹੀਂ ਸੀ ਹੋਈ। ਬਾਬਾ ਜੀ ਹੋਰਾਂ ਦੀ ਕੁਝ ਪੈਲੀ ਬਹਾਵਲਪੁਰ ਰਿਆਸਤ ਪਾਕਿਸਤਾਨ ਵਿੱਚ, ਕੁਝ ਚੱਕ ਨੰਬਰ 27F ਰਾਜਸਥਾਨ ਵਿੱਚ ਸੀ। ਮਾਰੂਥਾਲ ਦੇ ਸਖਤ ਰਹਿਣ ਸਹਿਣ 'ਚ ਸੌਖਿਆ ਰਚ ਜਾਣਾ ਬਾਹਰੋਂ ਆਏ ਬੰਦੇ ਲਈ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਪਰ ਬੇਬੇ ਤਾਂ ਲਗਾਤਾਰ ਜ਼ਿੰਦਗੀ ਦੇ ਥਪੇੜੇ ਖਾਂਦੀ ਇੱਥੇ ਪਹੁੰਚੀ ਸੀ। ਇਸ ਕਰਕੇ ਉਸ ਲਈ ਕੁਝ ਔਖਾ ਨਹੀਂ ਸੀ। ਉਸਨੇ ਇੱਥੇ ਵੀ ਪੂਰੀ ਦਲੇਰੀ ਨਾਲ ਹਾਲਾਤਾਂ ਦਾ ਸਾਹਮਣਾ ਕੀਤਾ। ਬਾਬਾ ਜੀ ਹੁਰੀ 5 ਭਰਾ ਸੀ, ਸਾਰੇ ਦੇ ਸਾਰੇ ਹੀ ਪੂਰੇ ਸਖਤ ਸੁਭਾਅ। ਮੇਤ ਬੇਬੇ ਦੀ ਸੱਸ ਦੇ, ਜਿਸ ਨੂੰ ਉਹ ਅੰਮਾ ਜੀ ਕਹਿ ਕੇ ਯਾਦ ਕਰਦੇ ਹੁੰਦੇ ਸੀ। ਇਕੱਲੇ ਬਾਬਾ ਜੀ ਹਜੇ ਵਿਆਹੇ ਸੀ
ਬਾਕੀ ਭਰਾ ਅਜੇ ਕੁਆਰੇ ਹੀ ਸੀ। ਬਾਬਾ ਜੀ ਦੇ ਬਾਪੂ ਅਤੇ ਅੰਮਾ ਜੀ ਦੇ ਸਮੇਤ ਸਾਰੇ ਟੱਬਰ ਦੀ ਸਾਂਭ ਸੰਭਾਲ ਦਾ ਕੰਮ ਬੇਬੇ ਨੇ ਸੰਭਾਲ ਹੀ ਲਿਆ ਸੀ। ਪਰ ਕਈ ਹੋਰ ਚੁਣੌਤੀਆਂ ਵੀ ਅਜੇ ਬੇਬੇ ਦੇ ਮੂਹਰੇ ਆਉਣੀਆਂ ਬਾਕੀ ਸੀ। 2 ਥਾਈਂ ਵਾਹੀ ਹੋਣ ਕਰਕੇ ਕਈ ਵਾਰ ਬੇਬੇ ਨੂੰ ਇਕੱਲੀ ਨੂੰ ਹੀ ਚੱਕ 27F ਰਹਿ ਕੇ ਵਾਹੀ ਦਾ ਕੰਮ ਸੰਭਾਲਣਾ ਪੈਂਦਾ ਤੇ ਬਾਕੀ ਜਣੇ ਬਹਾਵਲਪੁਰ ਚਲੇ ਜਾਂਦੇ। ਬੇਬੇ ਦੇ ਖੇਤ ਕੰਮ ਕਰਦੇ ਰਹਿਣ ਬਾਰੇ ਬਾਬਾ ਜੀ ਹੁਣੀ ਭਲੀ ਭਾਂਤੀ ਜਾਣੂ ਸੀ। ਇਸ ਕਰਕੇ ਉਹ ਨਿਸ਼ਚਿੰਤ ਹੋ ਕੇ ਸਾਰਾ ਕੁਝ ਬੇਬੇ ਦੇ ਆਸਰੇ ਛੱਡ ਕੇ ਕਾਫੀ ਦੇਰ ਬਹਾਵਲਪੁਰ ਲਾ ਆਉਂਦੇ ਸੀ। ਜਿਵੇਂ ਕਹਿੰਦੇ ਨੇ ਕਿ ਕੰਮ ਕਰਨ ਵਾਲੇ ਬੰਦੇ ਨੂੰ ਕੰਮ ਮਿਲਦਾ ਹੀ ਰਹਿੰਦਾ ਏ। ਇਸ ਕਥਨ ਅਨੁਸਾਰ ਬੇਬੇ ਨੇ ਫੇਰ ਇੱਕ ਵਾਰ ਹਲਦੀ ਮੁੰਨੀ ਫੜ ਲਈ ਤੇ ਬਾਹੀ ਦਾ ਕੰਮ ਸੰਭਾਲ ਲਿਆ। ਭਾਵੇਂ ਉਹਨਾਂ ਵੇਲਿਆਂ ਵਿੱਚ ਉੱਥੇ ਰਾਜਸਥਾਨ ਵਿੱਚ ਘਰਾਂ ਦੀਆਂ 4 ਦੀਵਾਰੀਆਂ ਨਹੀਂ ਸੀ ਹੁੰਦੀਆਂ, ਪਰ ਬੇਬੇ ਨੂੰ ਕਦੇ ਡਰ ਡੂਰ ਨਹੀਂ ਸੀ ਲੱਗਿਆ। ਬੇਬੇ ਦੇ ਦੱਸਣ ਮੁਤਾਬਕ ਉੱਥੇ ਹੋਰ ਤਾਂ ਕੋਈ ਡਰ ਨਹੀਂ ਸੀ ਹੁੰਦਾ, ਪਰ ਰਾਤਾਂ ਨੂੰ ਚੋਰ ਜ਼ਰੂਰ ਪਸ਼ੂ ਖੋਲ ਕੇ ਲੈ ਜਾਂਦੇ ਤੇ ਰਾਤੋਂ ਰਾਤ ਦੂਰ ਨਿਕਲ ਜਾਂਦੇ ਸੀ। ਸਵੇਰੇ ਉਹਨਾਂ ਦੀ ਕੋਈ ਭਣਕ ਵੀ ਨਾ ਪੈਂਦੀ, ਕਿਉਂਕਿ ਟਿੱਬਿਆਂ ਤੇ ਪੈੜਾਂ ਦੇ ਨਿਸ਼ਾਨ ਬਹੁਤ ਜਲਦੀ ਮਿਟ ਜਾਂਦੇ ਸੀ। ਬੇਬੇ ਨੇ ਦੱਸਣਾ ਕਿ ਉਹਨੇ ਰਾਤ ਨੂੰ ਸਿਰਹਾਣੇ ਕਿਰਪਾਨ ਰੱਖ ਕੇ ਸਿਰ ਤੇ ਸਾਫਾ ਬੰਨ੍ਹ ਕੇ ਸੌਂ ਜਾਣਾ, ਤਾਂ ਜੋ ਕਿਸੇ ਆਦਮੀ ਦੇ ਸੁੱਤੇ ਹੋਣ ਦਾ ਭੁਲੇਖਾ ਪੈਂਦਾ ਰਹੇ। ਕਦੀ ਵਾਰ ਇੰਜ ਵੀ ਹੋਇਆ, ਚੋਰਾਂ ਨੇ ਪਸ਼ੂ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਪਸ਼ੂਆਂ ਦੀ ਹਿਲਜੁਲ ਅਤੇ ਪੈਰਾਂ ਦੀ ਬਿੜਕ ਨਾਲ ਬੇਬੇ ਦੀ ਅੱਖ ਖੁੱਲ ਗਈ। ਬੇਬੇ ਨੇ ਕਿਰਪਾਨ ਸੰਭਾਲਦਿਆਂ ਜ਼ੋਰ ਦੀ ਲਰਕਰਾ ਮਾਰਿਆ। ਕਿਹੜਿਓਂ ਬਈ ਸੰਭਲ ਕੇ ਚੋਰਾਂ ਨੂੰ ਡਰਦੇ ਮਾਰੇ ਥਾਈਂ ਰੱਸੇ ਛੱਡ ਕੇ ਭੱਜਣਾ ਪਿਆ। ਤਰ੍ਹਾਂ ਦਾ ਕੁਝ ਨਾ ਕੁਝ ਵਾਪਰਦਾ ਹੀ ਰਹਿੰਦਾ। ਉੱਥੇ ਰਹਿੰਦਿਆਂ ਬੇਬੇ ਦਾ ਹਰ ਦਿਨ ਜੀਵਨ ਦੀਆਂ ਤਲਖ ਹਕੀਕਤਾਂ ਤੇ ਹਾਲਾਤਾਂ ਨਾਲ ਸਾਹਮਣਾ ਹੁੰਦਾ ਹੀ ਰਿਹਾ, ਜਿਸ ਨੇ ਬੇਬੇ ਨੂੰ ਆਦਮੀਆਂ ਵਾਂਗ ਹੋਰ ਵੀ ਸਖਤ ਜਾਨ ਬਣਾ ਦਿੱਤਾ। ਜਦੋਂ ਭਾਰਤ ਪਾਕਿਸਤਾਨ ਦੀ ਵੰਡ ਦਾ ਰੌਲਾ ਪੈਣਾ ਸ਼ੁਰੂ ਹੋਇਆ ਤਾਂ ਬਾਬਾ ਜੀ ਹੁਣੀ ਰੌਲੇ ਗੋਲੇ ਤੋਂ ਪਹਿਲਾਂ ਹੀ ਚੱਕ 27 ਆ ਗਏ। ਸਾਰਾ ਪਰਿਵਾਰ ਇੱਕ ਵਾਰ ਫਿਰ ਇਕੱਠਾ ਰਹਿਣ ਲੱਗਾ। ਇੱਥੇ ਰਹਿੰਦਿਆਂ ਹੀ ਮੇਰੇ ਬਾਪੂ ਜੀ ਅਤੇ ਚਾਚਾ ਜੀ ਦਾ ਜਨਮ ਹੋਇਆ। ਬੇਬੇ ਦੱਸਦੀ ਹੁੰਦੀ ਸੀ ਕਿ ਕੰਮ ਧੰਦੇ ਕਰਕੇ ਤਾਂ ਕਦੇ ਕੋਈ ਬਹੁਤੀ ਸਮੱਸਿਆ ਨਹੀਂ ਸੀ ਆਈ, ਪਰੰਤੂ ਬਾਬਾ ਜੀ ਦਾ ਸੁਭਾਅ ਬੜਾ ਗਰਮ ਸੀ। ਇਸ ਕਰਕੇ ਛੋਟੀ ਜਿਹੀ ਗੱਲ ਤੋਂ ਬੇਬੇ ਤੇ ਹੱਥ ਚੱਕਣਾ ਜਾਂ ਗਾਲਾਂ ਕੱਢਣੀਆਂ ਆਮ ਜਿਹੀ ਗੱਲ ਸੀ। ਬੇਬੇ ਨੂੰ ਗਾਲ ਸਹਿਣਾ ਬੜਾ ਔਖਾ ਲੱਗਦਾ ਸੀ, ਕਿਉਂਕਿ ਉਸਦੇ ਪੇਕੀ ਔਰਤ ਤੇ ਤਾਂ ਕੀ ਵੀ ਪਸ਼ੂਆਂ ਤੇ ਵੀ ਹੱਥ ਚੁੱਕਣਾ ਤਾਂ ਦੂਰ ਦੀ ਗੱਲ, ਗਾਲ ਵੀ ਨਹੀਂ ਸੀ ਦਿੰਦਾ। ਉਹਨਾਂ ਵੇਲਿਆਂ ਵਿੱਚ ਪੀਣ ਲਈ ਪਾਣੀ ਡਿੱਗੀਆਂ ਤੋਂ ਭਰ ਕੇ ਲਿਆਉਣਾ ਪੈਂਦਾ ਸੀ। ਇੱਕ ਦਿਨ ਪਾਣੀ ਲੈਣ ਗਈ ਬੇਬੇ ਥੋੜਾ ਲੇਟ ਹੋ ਗਈ, ਜਾਂ ਰੱਬ ਜਾਣੇ ਕੀ ਗੱਲ ਹੋਈ। ਉਹਦੇ ਘਰੇ ਵੜਦਿਆਂ ਸਾਰ ਬਾਬਾ ਜੀ ਨੇ ਬੇਬੇ ਨੂੰ ਮਾਂ ਦੀ ਗਾਲ ਕੱਢ ਕੇ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ। ਸ਼ਾਇਦ ਬੇਬੇ ਜੀ ਤੇ ਹੱਥ ਵੀ ਚੁੱਕਿਆ। ਮਾਰ ਤਾਂ ਬੇਬੇ ਨੇ ਸਹਿ ਲਈ, ਪਰ ਮਾਂ ਦੀ ਗਾਲ ਨੇ ਬੇਬੇ ਨੂੰ ਮਰੀ ਹੋਈ ਮਾਂ ਯਾਦ ਕਰਾ ਦਿੱਤੀ। ਬੇਬੇ ਨੂੰ ਲੱਗਿਆ ਇਸ ਦਾ ਫੈਸਲਾ ਅੱਜ ਜ਼ਰੂਰੀ ਕਰਨਾ ਪੈਣਾ ਹੈ। ਭਰੀਆਂ ਅੱਖਾਂ ਨਾਲ ਬਾਬਾ ਜੀ ਨੂੰ ਸੰਬੋਧਿਤ ਹੋ ਕੇ ਕਹਿਣ ਲੱਗੀ, ਸੰਪੂਰਨ ਦੇ ਬਾਪੂ, ਜੇ ਮੇਰੀ ਕੋਈ ਵੀ ਗਲਤੀ ਤੈਨੂੰ ਲੱਗੇ, ਜੀ ਸਦਕੇ ਮੇਰੇ 2 ਮਾਰ ਲਈ, ਪਰ ਰੱਬ ਦਾ ਵਾਸਤਾ ਅੱਗੇ ਤੋਂ ਮੈਨੂੰ ਮਾਂ ਦੀ ਗਾਲ ਨਾ ਕੱਢੀ। ਇਹੋ ਜਿਹੀ ਤੇਰੀ ਮਾਂ, ਉਹੋ ਜਿਹੀ ਮੇਰੀ ਮਾਂ ਦੀ ਤਾਂ ਮੈਨੂੰ ਸ਼ਕਲ ਵੀ ਯਾਦ ਨਹੀਂ ਰਹੀ। ਹੁਣ ਤਾਂ ਤੇਰੀ ਮਾਂ ਮੇਰੀ ਮਾਂ ਹੈ। ਮੇਰੀ ਬੇਨਤੀ ਹੈ ਤੇਰੇ ਮੂਹਰੇ, ਜੇ ਮੇਰੀ ਮਰੀ ਮਾਂ ਦਾ ਮਾਣ ਰੱਖ ਸਕੇ, ਵਾਰਾ ਗਾਲ ਨਾ ਕੱਢੀ। ਪਤਾ ਨਹੀਂ ਬੇਬੇ ਦੇ ਕਹਿਣ ਵਿੱਚ ਕਿਸ ਤਰ੍ਹਾਂ ਦਾ ਅਸਰ ਸੀ ਕਿ ਮੁੜ ਕੇ ਕਦੇ ਬਾਬਾ ਜੀ ਨੇ ਬੇਬੇ ਤਾਂ ਕੀ, ਕਿਸੇ ਨੂੰ ਵੀ, ਮਾਂ ਦੀ ਤਾਂ ਕੀ, ਕੋਈ ਵੀ ਗਾਲ ਨਹੀਂ ਕੱਢੀ। ਇਹ ਘਟਨਾ ਬੇਬੇ ਦੇ ਮਰਨ ਤੋਂ ਬਾਅਦ ਬਾਬਾ ਜੀ ਨੇ ਬਹੁਤ ਵਾਰ ਸਾਡੇ ਨਾਲ ਸਾਂਝੀ ਕਰਕੇ ਅੱਖਾਂ ਭਰ ਆਉਂਦੇ ਸੀ।
ਅੱਜ ਵੀ ਬੇਬੇ ਦੇ ਪ੍ਰਤਾਪ ਕਰਕੇ ਸਾਡੇ ਘਰ ਚੌਥੀ ਪੀੜ੍ਹੀ ਵਿੱਚ ਉਹੀ ਪ੍ਰਥਾ ਕਾਇਮ ਹੈ। ਸੋ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਦੁੱਖ ਤਕਲੀਫਾਂ ਨਾਲ ਲੜਦਾ ਬੰਦਾ ਦਲੇਰ ਹੋ ਹੀ ਜਾਂਦਾ ਏ। ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਵੇਗੀ। ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਤਾਂ ਜੋ ਸਾਡੀ ਅਗਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ।